हेट स्पीच का विलन पाकिस्तान से कनेक्शन। चीफ मिनिस्टर साहब कहते हैं ਤੁਹਾਨੂੰ ਪਾਕਿਸਤਾਨ ਤੋਂ ਫੰਡਿੰਗ ਆ ਰਹੀ ਹੈ। ਪਾਕਿਸਤਾਨ ਨੂੰ ਉਸ ਫੰਡਿੰਗ ਦੀ ਲੋੜ ਹੋਵੇ, ਉਹਨਾਂ ਦੀ ਇਕਨੋਮਿਕਲ ਹਾਲਤ ਇਦਾਂ ਦੀ ਬਣ ਚੁੱਕੀ ਹੈ। प्रशासन से पंगा, शासन को चैलेंज, बड़ा खुलासा, स्टोरी ऑफ रिवेंज। ਇਹ ਮਰਿਆਦਾ ਹੈ ਜੋ ਤੁਸੀਂ ਕੀਤਾ, ਇਹ ਮਰਿਆਦਾ ਹੈ ਗੁਰੂ ਸਾਹਿਬ ਦੀ ਮਰਿਆਦਾ पंजाब को क्यों सुलगाए खालिस्तान का पोस्टर बॉय। ਅਮਰਿਤਪਾਲ ਜੀ ਆਪਾਂ ਨੂੰ ਕੋਈ ਅਫਸੋਸ ਨਹੀਂ ਜੋ ਅਜਨਾਲਾ 'ਚ ਹੋਇਆ ਉਹਦਾ। ਪਰ ਮੈਂ ਇਹ ਗੱਲ ਕਹਿਣਾ ਵੀ ਜਦੋਂ ਸਾਡਾ ਬੰਦਾ ਜਦੋਂ ਜੇਲ੍ਹ 'ਚ ਇਨੋਸੈਂਟ ਗਿਆ ਸੀ 5 ਦਿਨ, ਕਿਸੇ ਨੂੰ ਅਫਸੋਸ ਹੋਇਆ? ਜਦੋਂ ਸਾਡੇ ਬੰਦੇ ਨੂੰ ਕੁੱਟਿਆ ਮਾਰਿਆ ਗਿਆ ਸੀ ਸਟਾਫ 'ਚ, ਜਦੋਂ ਕਿਸੇ ਨੂੰ ਅਫਸੋਸ ਹੋਇਆ? पंजाब में नया संग्राम, अमृतपाल वर्सेस भगवंत मान। यकीन मानिए, खालिस्तान के नए पोस्टर बॉय कहलाने वाले वारिस पंजाब दे संगठन के चीफ अमृतपाल सिंह का ऐसा इंटरव्यू आपने नहीं देखा होगा। ਚੀਫ ਮਿਨਿਸਟਰ ਸਾਹਿਬ ਕਹਿੰਦੇ हैं ਤੁਹਾਨੂੰ ਪਾਕਿस्तान ਤੋਂ ਫੰਡਿੰਗ ਆ ਰਹੀ ਹੈ। ਪਾਕਿਸਤਾਨ ਨੂੰ ਉਸ ਫੰਡਿੰਗ ਦੀ ਲੋੜ ਹੋਵੇ, ਉਹਨਾਂ ਦੀ ਇਕਨੋਮਿਕਲ ਹਾਲਤ ਇਦਾਂ ਦੀ ਬਣ ਚੁੱਕੀ ਹੈ। एबीपी सांझा के संपादक जगविंदर पटियाल के तीखे सवालों का सामना जब अमृतपाल ने किया तो कई विस्फोटक खुलासे हुए। अजनाला से लेकर खालिस्तान और दुनिया की सबसे बदनाम खुफिया एजेंसी ISI से लेकर पंजाब की भगवंत मान सरकार, हर सवाल पर विवादित स्पीच देने वाले अमृतपाल ने शॉकिंग जवाब दिया। ਮੈਨੂੰ ਤਾਂ ਇੱਕ ਹੋਰ ਖਬਰ ਹੈ ਕਿ ਫਿਕਸਡ ਮੈਚ ਸੀਗਾ, ਬੈਰੀਕੇਡਿੰਗ ਅੱਛਾ, ਤੱਕ ਜਾਣਾ ਤੁਸੀਂ ਹੁਣ ਕਹਿ ਰਹੇ ਜੋ ਵੀ ਇੱਕ ਪਾਸੇ ਕਹਿ ਰਹੇ ਪੁਲਿਸ ਨੇ ਵਧੀਆ ਕੀਤਾ, ਦੂਜੇ ਪਾਸੇ ਕਿੰਨੇ ਫਿਕਸਡ ਮੈਚ। सबसे पहले आपको सुनाते हैं एबीपी सांझा के संपादक जगविंदर पटियाल का वो तीखा सवाल जिसे सुनकर अमृतपाल असहज हो गया। ਹੈ ਕਿ ਇਹ ISI ਦੇ ਟ੍ਰੇਨਡ ਹੈ, ਕੋਈ ਕਹਿੰਦਾ ਹੈ ਜੀ ਇਹ ਏਜੰਸੀਆਂ ਦੇ ਪਲਾਂਟ ਹੈ। ਤੁਸੀਂ ਦੱਸੋ ਤੁਸੀਂ ਕੀ ਹੋ ਵਾਸਤਵ 'ਚ? ਦੇਖੋ, ਕਿਸੇ ਦੇ ਕਹਿਣ ਨਾਲ ਨਾ ਤੇ ਮਨੁੱਖ ਕੋਈ ਚੰਗਾ ਬਣ ਸਕਦਾ ਨਾ ਮਾੜਾ ਬਣ ਸਕਦਾ। ਜਿਹੜਾ ਪ੍ਰੋਪਗੈਂਡਾ ਇਹ ਕੋਈ ਨਵਾਂ ਨਹੀਂ ਵੀ ਜਿਹੜਾ ਵੀ ਕੋਈ ਪੰਥ ਦੀ ਪੰਜਾਬ ਦੀ ਗੱਲ ਕਰੇ ਉਹਨੂੰ ISI ਦਾ ਬੰਦਾ ਕਹਿ ਦੇਣਾ। पाकिस्तान से कनेक्शन और ISI के सपोर्ट की वायरल थ्योरी को अमृतपाल ने प्रोपेगेंडा कहकर नकार दिया, लेकिन अमृतपाल 23 फरवरी की इन तस्वीरों को कभी नहीं नकार सकता। एक कानूनी मसले को धर्म से जोड़कर अमृतपाल और उसके समर्थकों ने कानून से डंके की चोट पर पंगा लिया, थाने को कई घंटे तक हाईजैक रखा। इसलिए एबीपी सांझा के संपादक जगविंदर पटियाल ने अमृतपाल से डायरेक्ट पूछा कि वो सत्ता से टकराने की मंशा क्यों रखता है, और सबसे बड़ा सवाल कि क्या अमृतपाल को सिर्फ खालिस्तान चाहिए। सुनिए अमृतपाल का जवाब। ਸਿਰਫ ਦਾਸ ਹੋ ਤਾਂ ਤੁਸੀਂ ਏਡੀ ਵੱਡੀ ਹਕੂਮਤ ਨਾਲ ਟਕਰਾ ਲੋਗੇ। ਤੁਹਾਨੂੰ ਕੀ ਲੱਗਦਾ ਹੈ ਕਿੱਥੇ ਢਾਂਚੇ 'ਚ ਨੁਕਸ ਆਇਆ? ਸਤਿਗੁਰ ਦੇ ਦਾਸ ਹੈ, ਕਿਸੇ ਹੋਰ ਦੇ ਹਕੂਮਤਾਂ ਦੇ ਦਾਸ ਨਹੀਂ ਹੈਗੇ ਅਸੀਂ। ਜਿਹੜਾ ਗੁਰੂ ਦਾ ਦਾਸ ਹੋਵੇ, ਗੁਰੂ ਦਾ ਨੌਕਰ ਹੋਵੇ, ਉਹ ਬੜੀਆਂ ਵੱਡੀਆਂ ਹਕੂਮਤਾਂ ਨਾਲ ਟੱਕਰ ਲੈਣ ਦੀ ਜਿਹੜੀ ਆ ਉਹ ਜ਼ਰੂਰਤ ਰੱਖਦੇ ਹੁੰਦੇ ਆ। ਮਕਸਦ ਖਾਲਿਸਤਾਨ ਹੈ ਜਾਂ ਕੁਝ ਹੋਰ ਹੈ? ਨਹੀਂ, ਆਪਣਾ ਮਕਸਦ ਸਾਰਾ ਕੁਝ ਕਰਨਾ ਤੇ ਉਹਦਾ ਅਲਟੀਮੇਟ ਗੋਲ ਖਾਲਿਸਤਾਨ ਹੈ। ਆਪਾਂ ਇਹਨੂੰ ਇੱਕ ਗੱਲ ਨੂੰ ਇਦਾਂ ਪੋਰਟਰੇ ਕਰੀਏ, ਖਾਲਿਸਤਾਨ ਸਾਡੀ ਮੰਜ਼ਿਲ ਹੈ, ਰਸਤੇ 'ਚ ਸਾਡਾ ਸਾਰਾ ਸੰਘਰਸ਼ ਹੈ। ਖਾਲਿਸਤਾਨ ਇਜ਼ ਦਾ ਅਲਟੀਮੇਟ ਸੋਲੂਸ਼ਨ ਟੂ ਐਵਰੀ ਪ੍ਰੋਬਲਮ ਵੀ ਹੈਵ ਰਾਈਟ ਨਾਓ। ਅਜਨਾਲਾ 'ਚ ਜੋ ਕੁਝ ਹੋਇਆ ਉਹ ਤੁਹਾਡੀ ਜਿੱਤ ਹੈ, ਪੰਥ ਦੀ ਜਿੱਤ ਹੈ, ਸਾਡੀ ਕਦੀ ਜਿੱਤ ਹੋਣੀ। ਤੁਸੀਂ ਜਿਹੜਾ ਗੁਰੂ ਸਾਹਿਬ ਨੂੰ ਨਾਲ ਲੈ ਕੇ ਗਏ, ਤੁਹਾਨੂੰ ਸੰਗਤ ਵੱਲੋਂ ਮਾਫੀ ਮੰਗਣੀ ਚਾਹੀਦੀ ਹੈ। ਕਿੱਦਾਂ ਮਾਫੀ ਮੰਗਣੀ ਚਾਹੀਦੀ ਭਾਈ? ਇਹ ਸਾਡਾ ਪੰਥ ਦਾ ਮਸਲਾ ਹੈ। ਪਹਿਲੀ ਤੇ ਗੱਲ ਇਹ ਹੈ ਵੀ ਸੰਗਤ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਸੰਗਤ ਗਈ ਹੈ, ਉਹਨਾਂ ਤੇ ਕਿਸੇ ਨੇ ਕਿਹਾ ਨਹੀਂ। 23 फरवरी को अजनाला में जो कुछ हुआ, अमृतपाल उसे गैर कानूनी एक्शन नहीं मानता। वो बार बार अजनाला की घटना को पंथ से जोड़ देता है। अमृतपाल पर आरोप है कि उसने अपनी इंडिविजुअल लड़ाई को पंजाब और पंथ की लड़ाई बना दी। एबीपी सांझा के संपादक जगविंदर पटियाल ने अमृतपाल से दो टूक कहा कि अगर वो थाने पर अकेले जाते तो ये बहादुरी होती। इतना हंगामा और हिंसा करने की कोई जरूरत नहीं थी। इतने तीखे सवालों का अनुमान तक अमृतपाल को नहीं था। ਤੁਹਾਨੂੰ ਹੁਣ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਹਨੂੰ ਅਰੈਸਟ ਕੀਤਾ ਸੀ, ਤੁਹਾਨੂੰ ਤੇ ਉਹਨਾਂ ਦੇ ਖਿਲਾਫ ਜਾਣਾ ਚਾਹੀਦਾ ਕੋਰਟ ਕਚਹਿਰੀ। ਪੁਲਿਸ ਵਾਲਿਆਂ ਦੇ ਨਾਲ ਅਸੀਂ ਇਸ ਤਰੀਕੇ ਨਾਲ ਸਹਿਮਤੀ ਪ੍ਰਗਟ ਕਰਦੇ ਹਾਂ ਵੀ ਦੇਖੋ, ਤੁਹਾਡੇ ਤੇ ਪੋਲੀਟੀਕਲ ਪ੍ਰੈਸ਼ਰ ਜ਼ਰੂਰ ਸੀ, ਪਰ ਅੱਗੇ ਤੋਂ ਆਣ ਕੇ ਪੋਲੀਟੀਕਲ ਪ੍ਰੈਸ਼ਰ 'ਚ ਤੁਸੀਂ ਆਪਣਾ ਕੰਮ ਨਾ ਗਲਤ ਕਰਿਆ ਕਰੋ। ਇਹ ਤੁਹਾਨੂੰ ਵੀ ਕਹਿਣਾ ਚਾਹੀਦਾ ਵੀ ਪੋਲਿਟਿਕਸ ਜਿਹੜੀ ਹੈ ਉਹ ਤੇ 5 ਸਾਲ ਹੀ ਬਦਲ ਜੂਗੀ, ਪੁਲਿਸ ਨੇ ਤੇ ਉਹ ਰਹਿਣਾ ਨਾ। अभी तो आपने इंटरव्यू में तेवर, तलखी और टशन का ट्रेलर भर देखा है। एबीपी सांझा के संपादक जगविंदर पटियाल की तरकश में ऐसे ढेर सारे सवाल थे जो अमृतपाल को पसंद नहीं आ रहे थे। उसके पास अपनी दलीलें थी, वो आक्रामक शैली के साथ जवाब देने की कोशिश कर रहा था, लेकिन हमारे सवालों पर डिफेंस बेहद मुश्किल था, क्योंकि 23 फरवरी को जब कानून तार तार हो रहा था, उस मंजर का एक एक फ्रेम एबीपी सांझा के संपादक
जगविंदर पटियाल की आंखें कैप्चर कर रही थी। जगविंदर पटियाल ने अजनाला की हिंसा को प्रत्यक्ष देखा है, इसलिए अमृतपाल इंटरव्यू के एक मोड़ पर फंस गया। किन्ने बंदे इंजर्ड होए ਤੁਹਾਡੇ 21 ਬੰਦੇ ਇੰਜਰਡ ਹੋਏ ਸਾਡੇ। ਕਿਉਂ ਪਰਚਾ ਦਰਜ ਨਹੀਂ ਕਰਾਇਆ ਤੁਸੀਂ? ਕਿੱਥੇ ਹੋ? ਸਾਨੂੰ ਕਿਉਂ ਨਹੀਂ ਨਹੀਂ? ਇੱਕ ਮਿੰਟ ਮੇਰੀ ਗੱਲ ਸੁਣੋ, ਤੁਸੀਂ ਵੀਡੀਓ ਦੇਖੀ ਕਿ ਨਹੀਂ ਦੇਖੀ? ਮੈਂ ਸਾਰਾ ਲਾਈਵ ਦੇਖ ਰਿਹਾ ਸੀ। ਸਾਰਾ ਲਾਈਵ ਦੇਖਿਆ। ਪੁਲਿਸ ਨੇ ਲਾਠੀ ਚਾਰਜ ਨਹੀਂ ਕੀਤਾ? ਪੁਲਿਸ ਨੇ ਬਹੁਤ ਮਾਈਲਡ ਧੱਕਾ ਮੁੱਕੀ ਹੋਈ ਹੈ। ਲਾਠੀ ਚਾਰਜ ਕੀਤਾ ਕਿ ਨਹੀਂ ਕੀਤਾ? ਨਹੀਂ ਕੀਤਾ ਲਾਠੀ। ਤੇ ਜੇ ਮੈਂ ਤੁਹਾਨੂੰ ਵੀਡੀਓ ਦਿਖਾ ਦਾਂ? ਹਾਂ ਦਿਖਾ ਦਿਓ। 29 ਸਾਲ ਦੀ ਉਮਰ 'ਚ ਮੈਨੂੰ ਇੱਕ ਬੰਦਾ ਦੱਸ ਦਿਓ ਜਦੋਂ ਤੁਸੀਂ ਦੇਖਿਆ ਹੋ ਕਿ ਆਪਣਾ ਕੇਸ ਕੈਨਸਲ ਕਰਾਉਣ ਲਈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੱਗੇ ਲੈ ਕੇ ਕੈਨਸਲ ਦੀ ਗੱਲ ਹੀ ਨਹੀਂ ਹੋਈ ਇਹਦੇ 'ਚ। ਸੰਗਤਾਂ ਇਕੱਠੀਆਂ ਹੋਈਆਂ, ਇੱਕ ਬੰਦਾ ਤੁਸੀਂ ਮੈਨੂੰ ਦੱਸ ਦਿਓ ਜਿਹੜਾ ਇੱਕ ਗੁਰੂ ਬੰਦਾ ਮਹਾਰਾਜ ਕੇਸ ਦੀ ਇਕੱਠੀਆਂ ਹੋਈਆਂ ਸੀ। ਇੱਕ ਮਿੰਟ, ਇੱਕ ਬੰਦੇ ਦਾ ਕੇਸ ਇੱਕ ਇਨੋਸੈਂਟ ਬੰਦੇ ਨੂੰ ਛਡਾਉਣ ਲਈ 23 फरवरी को जो हुआ वो संविधान की नजर में अपराध है। पुलिस और पब्लिक सबको पता है कि सच क्या है, लेकिन अमृतपाल को हिंदुस्तान के कानून से अच्छा दुबई का कानून लगता है। वो भगवंत मान सरकार को चैलेंज करता है कि सत्ता तो 5 साल में बदल जाएगी। ਇੱਥੇ 10 ਸਾਲ ਰਹਿ ਕੇ ਆਏ ਹੋ, ਉੱਥੇ ਵੀ ਤਾਂ ਸੁਲਤਾਨ ਹੀ ਕਰਾਉਂਦਾ ਜੋ ਚਾਹੁੰਦਾ ਹੈ। ਉੱਥੇ ਇੰਜਸਟਿਸ ਨਹੀਂ ਹੁੰਦਾ ਮੈਂ ਕਿਸੇ ਨਾਲ। ਕਹਿੰਦਾ ਕਿ ਐਡੀ ਕਿ ਉੱਥੇ ਹਿੰਮਤ ਹੀ ਨਹੀਂ ਕਰ ਸਕਦਾ ਕੋਈ। ਉੱਥੇ ਬਹੁਤ ਕੁਝ ਹੁੰਦਾ ਹੈ। ਉੱਥੇ ਇੰਜਸਟਿਸ ਹੀ ਨਹੀਂ ਹੁੰਦਾ ਕਿਸੇ ਨਾਲ। ਉੱਥੇ ਇਨੋਸੈਂਟ ਬੰਦਾ ਚੱਕ ਕੇ ਜੇਲ੍ਹ 'ਚ ਨਹੀਂ ਡੱਕਦੇ ਅਗਲੇ। ਉੱਥੇ ਤੇ ਸਖਤ ਇੰਨੀ ਸਜ਼ਾ ਹੈ, ਫਾਈਨ ਤੇ ਤੇ ਉਹ ਫਿਰ ਸਾਡਾ ਮੁਲਕ ਨਹੀਂ ਨਾ। ਜੇ ਸਖਤ ਸਜ਼ਾ ਹੈ ਅਸੀਂ ਉੱਥੇ ਕੰਮ ਕਰਨ ਜਾਂਦੇ ਆ। ਜੇ ਉਹੋ ਹੀ ਸਾਡਾ ਮੁਲਕ ਹੋਵੇ, ਪੰਜਾਬ ਨਾ ਹੋਵੇ ਸਾਡਾ ਦੇਸ਼, ਤੇ ਅਸੀਂ ਜੇ ਪੰਜਾਬ ਸਾਡੇ ਯੂਰਪੀਅਨ ਕੰਮ ਕਰਨ ਆਉਂਦੇ ਸੀ, ਅੱਜ ਸਾਡੀ ਦਸ਼ਾ ਇਹ ਕਰਦੀ ਸਾਨੂੰ ਅਰਬ ਕੰਟਰੀਆਂ 'ਚ ਕੰਮ ਕਰਨ ਜਾਣਾ। पंजाब के सीएम भगवंत मान का ये ताजा ट्वीट देखिए। भगवंत मान ने लिखा है कि पंजाब को सांप्रदायिक आग का तंदूर बनाकर उसमें विरोधियों को अपनी रोटियां पकाने का ख्वाब कभी पूरा नहीं होने दिया जाएगा। पंजाब के 3 करोड़ शांतिप्रिय नागरिकों को विश्वास दिलाता हूं कि आपसी भाईचारे को बुरी नजर से देखने की हिम्मत किसी में भी नहीं है। भगवंत मान को ये ट्वीट क्यों करना पड़ा? क्योंकि अमृतपाल खालिस्तान का वायरल पोस्टर बॉय माना जा रहा है। वो खालिस्तान को हर समस्या का हल बताता है, लेकिन वो ये नहीं जानता खालिस्तान एक कभी न पूरा होने वाला ख्वाब है और पंजाब हिंदुस्तान का वो कोहिनूर है जो पूरे मुल्क को रोशन करता है। लेकिन अमृतपाल एक जिद का शिकार है। वो मानता ही नहीं है कि 23 फरवरी को उसने जो किया वो गलत था। ਮੈਨੂੰ ਤਾਂ ਇੱਕ ਹੋਰ ਖਬਰ ਹੈ ਕਿ ਫਿਕਸਡ ਮੈਚ ਸੀਗਾ, ਬੈਰੀਕੇਡਿੰਗ ਅੱਛਾ ਤੱਕ ਜਾਣਾ ਤੁਸੀਂ ਸੀ। ਹੁਣ ਕਹਿ ਰਹੇ ਜੋ ਵੀ ਇੱਕ ਪਾਸੇ ਕਹਿ ਰਹੇ ਪੁਲਿਸ ਨੇ ਵਧੀਆ ਕੀਤਾ, ਦੂਜੇ ਪਾਸੇ ਕਿੰਨੇ ਫਿਕਸਡ ਮੈਚ? ਨਹੀਂ, ਤੁਹਾਡੀ ਅੰਮ੍ਰਿਤਸਰ ਪੁਲਿਸ ਨਾਲ ਕੋਈ ਗੱਲ ਨਹੀਂ ਹੋਈ? ਨਹੀਂ, ਇਸ ਮਸਲੇ 'ਚ ਕੋਈ ਗੱਲ ਨਹੀਂ। ਠੀਕ ਹੈ, ਅਸੀਂ ਕੋਆਪਰੇਟ ਕੀਤਾ, 7 ਦਿਨ ਅਸੀਂ ਵੇਟ ਕੀਤੀ, ਵੀਰਵਾਰ ਨੂੰ ਅਸੀਂ ਗਏ ਉੱਥੇ। ਤੁਸੀਂ ਦੇਖੋ ਵੀ ਜੇ ਅਸੀਂ ਕਨਫਲਿਕਟ ਕਰਨ ਵਾਲੇ ਬੰਦੇ ਤੇ ਹੋਈਏ, ਵੀਰਵਾਰ ਨੂੰ ਗਏ ਤੇ ਤੁਸੀਂ ਉਹਨਾਂ ਸਾਥ ਨਾਲ ਦੀ ਨਾਲ ਜਿਹੜੇ ਐਵੀਡੈਂਸ ਸੀ ਪਹਿਲੇ ਦਿਨ ਦਿੱਤੇ ਸੀ, ਉਹੀ ਐਵੀਡੈਂਸ ਤੇ ਬੰਦਾ ਛੱਡਿਆ ਗਿਆ ਬਾਅਦ 'ਚ। ਗੱਲ ਹੈ ਕਿ ਉੱਥੇ ਜੇ ਫਰਜ਼ ਕਰੋ ਉੱਥੇ ਸਾਡਾ ਬੰਦਾ ਝੂਠਾ ਅਰੈਸਟ ਨਾ ਹੁੰਦਾ, ਅਸੀਂ ਅਜਨਾਲੇ ਜਾਣਾ ਸੀ। ਇਹ ਮਰਿਆਦਾ ਹੈ ਜੋ ਤੁਸੀਂ ਕੀਤਾ, ਇਹ ਮਰਿਆਦਾ ਹੈ ਗੁਰੂ ਸਾਹਿਬ ਦੀ? मर्यादा। इतना ही नहीं, अमृतपाल पंजाब की सियासत के सबसे पावरफुल चेहरे को भी अपना दुश्मन बताता है। अमृतपाल का कहना है कि 4 लोगों को छोड़कर सभी उसके साथ हैं। सुनिए वो 4 नाम। संगत ਮੰਨਦੀ ਨਹੀਂ, ਸੰਗਤ ਨੂੰ ਲੈ ਕੇ ਆਓ। ਕਿਹੜੀ ਸੰਗਤ ਮੰਨਦੀ ਹੈ? 4 ਬੰਦੇ ਜਿਹੜੇ ਬੰਦੇ ਮੇਰੇ ਪਹਿਲਾਂ ਵਿਰੋਧੀ ਆ ਉਹਨੂੰ ਸੰਗਤ ਦਾ ਰੂਪ ਦੇਣਾ, ਜਿਨ੍ਹਾਂ ਦੇ ਚਿੱਟੇ ਦੇ ਕੇਸ ਨੇ, ਜਿਨ੍ਹਾਂ ਦੇ ਬੇਅਦਬੀ ਦੇ ਕੇਸ ਨੇ, ਉਹੀ ਬੰਦੇ ਵਿਰੋਧ ਕਰ ਰਹੇ ਨੇ। ਜਿਹੜੇ ਬੰਦਿਆਂ ਨੇ ਸਿੱਖਾਂ ਦੇ ਤਖਤ ਢਾਏ ਨੇ, ਜਿਨ੍ਹਾਂ ਦੀ ਪਾਰਟੀਆਂ ਨੇ, ਜੀ ਦੱਸ ਦਿਓ ਮੈਨੂੰ। ਜਿਹੜੇ ਬੰਦੇ ਕਹਿ ਰਹੇ ਨੇ ਵੀ ਬੇਅਦਬੀ ਕੀਤੀ, ਕਿਹੜੇ ਨੇ ਦੱਸੋ ਮੈਨੂੰ? ਰਾਜੇ ਵੜਿੰਗਾ ਵਰਗੇ ਹੋ ਗਏ, ਬਿੱਟੂ ਵਰਗੇ ਹੋ ਗਏ, ਮਜੀਠੀਆ ਵਰਗੇ ਹੋ ਗਏ, ਬਾਦਲ ਵਰਗੇ ਹੋ ਗਏ। ਇਹਨਾਂ ਬੰਦਿਆਂ ਦਾ ਕੋਈ ਆਧਾਰ ਹੈਗਾ ਪੰਥ ਦੇ ਵਿੱਚ? ਕਿਹੜਾ ਹੋਰ ਬੰਦਾ, ਨਵਾਂ ਬੰਦਾ ਕਿਹੜਾ ਦੱਸੋ ਮੈਨੂੰ? ਜਿਹੜੇ ਬੰਦੇ ਮੇਰੇ ਪਹਿਲਾਂ ਵਿਰੋਧੀ ਸੀ। अमृतपाल कौन है, उसके पीछे कौन है? इन सवालों की तलाश बार बार पाकिस्तान पर इसलिए अटकती है क्योंकि पाकिस्तान भारत की एकता से जलता है, रश खाता है। पाकिस्तान की मौजूदा हालात पर अमृतपाल भी तरस खा रहा है। ਚੀਫ ਮਿਨਿਸਟਰ ਸਾਹਿਬ ਕਹਿੰਦੇ ਨੇ ਤੁਹਾਨੂੰ ਪਾਕਿਸਤਾਨ ਤੋਂ ਫੰਡਿੰਗ ਆ ਰਹੀ ਹੈ। ਪਾਕਿਸਤਾਨ ਨੂੰ ਸਭ ਫੰਡਿੰਗ ਦੀ ਲੋੜ ਹੋਵੇ। ਉਹਨਾਂ ਦੀ ਇਕਨੋਮਿਕਲ ਹਾਲਤ ਇਦਾਂ ਦੀ ਬਣ ਚੁੱਕੀ ਹੈ, ਇਨਫਲੇਸ਼ਨ ਦੂਜੀ ਤੀਜੀ ਹਰ ਚੀਜ਼ ਉੱਥੇ ਹੋ ਗਈ। ਸਾਡੇ ਨਾਲ ਇੱਕ ਫਨੋਮੇਨਾ ਰਿਹਾ ਵੀ ਜਦੋਂ ਕੋਈ ਬੰਦੇ ਦੇ ਨਾਲ ਆਪਾਂ ਕੋਈ ਵਿਰੋਧ ਤੱਪ ਕਰਨੀ ਹੋਵੇ ਤੇ ਉਹਨੂੰ ਫਲਾਣੇ ਨਾਲ ਜੋੜ ਦੇ। इंटरव्यू तो खत्म हुआ, लेकिन एक मैसेज था जो अमृतपाल को समझना बाकी है। मैसेज ये कि इस देश में रहने वाले हर इंसान के लिए भारत का संविधान पहली और आखिरी बाध्यता है। हर किसी को संविधान को मानना चाहिए। किसी को संविधान के खिलाफ कुछ करने की इजाजत नहीं है, चाहे वो कोई भी हो।